ਰਵਿੰਦਰਨਾਥ ਟੈਗੋਰ ਦੀ ਕਹਾਣੀ ਹੈ ਕਾਬਲੀ ਵਾਲਾ। 5 ਸਾਲ ਦੀ ਮੇਰੀ ਧੀ ਮਿੰਨੀ ਇੱਕ ਮਿੰਟ ਵੀ ਬੋਲੇ ਬਿਨਾਂ ਨਹੀਂ ਰਹਿ ਸਕਦੀ। 1 ਸਾਲ ਦੀ ਵੀ ਨਹੀਂ ਸੀ ਹੋਈ ਉਹ ਬੋਲਣ ਲੱਗੀ। ਉਦੋਂ ਤੋਂ ਹੀ ਜਦ ਤੱਕ ਉਹ ਜਾਗਦੀ ਰਹਿੰਦੀ ਹੈ 1 ਮਿੰਟ ਵੀ ਚੁੱਪ ਨਹੀਂ ਰਹਿੰਦੀ। ਕਈ ਵਾਰ ਉਹਦੀ ਮਾਂ ਝਿੜਕ ਕੇ ਉਹਨੂੰ ਚੁੱਪ ਕਰਾ ਦਿੰਦੀ ਹੈ, ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਮਿੰਨੀ ਚੁੱਪ ਹੋਣ 'ਤੇ ਇੰਨੀ ਗੈਰ ਸੁਭਾਵਿਕ ਲੱਗਦੀ ਹੈ ਕਿ ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੁੰਦਾ। ਇਸੇ ਕਰਕੇ ਮੇਰੇ ਨਾਲ ਹੁੰਦੀ ਉਹਦੀ ਗੱਲਬਾਤ ਬੜੀ ਉਤਸ਼ਾਹ ਭਰੀ ਹੁੰਦੀ ਹੈ। ਅੱਜ ਸਵੇਰੇ ਮੈਂ ਆਪਣੇ ਨਾਵਲ ਦਾ 17ਵਾਂ ਅਧਿਆਇ ਸ਼ੁਰੂ ਕੀਤਾ ਹੀ ਸੀ ਕਿ ਮਿੰਨੀ ਆ ਕੇ ਕਹਿਣ ਲੱਗੀ, ਰਾਮਦਿਆਲ ਦਰਬਾਨ ਕਾਕ ਨੂੰ ਕਾਂ ਆਖ ਰਿਹਾ ਸੀ, ਉਹ ਕੁਝ ਨਹੀਂ ਜਾਣਦਾ ਹੈ ਨਾ। ਦੁਨੀਆ ਦੀਆਂ ਵੱਖੋ ਵੱਖਰੀਆਂ ਭਾਸ਼ਾਵਾਂ ਬਾਰੇ ਮੈਂ ਉਹਨੂੰ ਕੁਝ ਦੱਸਦਾ, ਉਹਨੇ ਇਸ ਤੋਂ ਪਹਿਲਾਂ ਹੀ ਦੂਜਾ ਪ੍ਰਸੰਗ ਸ਼ੁਰੂ ਕਰਤਾ। ਦੇਖੋ ਪਿਤਾ ਜੀ, ਭੋਲਾ ਕਹਿ ਰਿਹਾ ਸੀ ਕਿ ਹਾਥੀ ਆਪਣੀ ਸੁੰਡ ਨਾਲ ਅਸਮਾਨ 'ਤੇ ਪਾਣੀ ਸੁੱਟਦਾ ਹੈ, ਇਸ ਲਈ ਬਰਸਾਤ ਹੁੰਦੀ ਹੈ। ਓਏ ਮਾਂ, ਭੋਲਾ ਇੰਨਾ ਵੀ ਝੂਠ ਬੋਲ ਸਕਦਾ ਹੈ? ਕਿੰਨਾ ਬੋਲਦਾ ਹੈ, ਦਿਨ ਰਾਤ ਬੋਲਦਾ ਰਹਿੰਦਾ ਹੈ। ਇਸ ਮਾਮਲੇ 'ਚ ਮੇਰੀ ਸਲਾਹ ਦੀ ਪਰਵਾਹ ਕੀਤੇ ਬਿਨਾਂ ਇੱਕਦਮ ਫਿਰ ਬੋਲ ਪਈ, ਪਿਤਾ ਜੀ, ਮਾਂ ਤੁਹਾਡੀ ਕੀ ਲੱਗਦੀ ਹੈ? ਮੈਂ ਮਨ ਹੀ ਮਨ ਆਖਿਆ, ਸਾਲੀ ਲੱਗਦੀ ਹੈ। ਪਰ ਉਹਨੂੰ ਮੈਂ ਕਿਹਾ, ਮਿੰਨੀ ਤੂੰ ਹੁਣ ਭੋਲੇ ਨਾਲ ਖੇਡਣ ਜਾ, ਮੈਨੂੰ ਥੋੜ੍ਹਾ ਕੰਮ ਹੈ। ਮੇਰੇ ਲਿਖਣ ਵਾਲੇ ਮੇਜ਼ ਦੇ ਕੋਲ ਮੇਰੇ ਪੈਰ ਦੇ ਨੇੜੇ ਗੋਡੇ ਟੇਕੀ ਉਹ ਬੁੜਬੁੜਾਉਂਦੀ ਆਂਗੜ ਬਾਂਗੜ ਖੇਡ ਰਹੀ ਸੀ। ਮੇਰੇ ਨਾਵਲ ਦੇ 17ਵੇਂ ਪਾਠ ਵਿੱਚ ਉਸ ਵੇਲੇ ਪ੍ਰਤਾਪ ਸਿੰਘ ਕੰਚਨਮਾਲਾ ਲੈ ਕੇ ਹਨੇਰੀ ਰਾਤ ਵਿੱਚ ਕੈਦਖਾਨੇ ਦੀ ਉੱਚੀ ਖਿੜਕੀ ਤੋਂ ਹੇਠਾਂ ਨਦੀ ਵੱਲ ਕੁੱਦ ਰਿਹਾ ਸੀ। ਮੇਰਾ ਘਰ ਨਦੀ ਦੇ ਕਿਨਾਰੇ ਸੀ। ਖੇਡਦੇ ਖੇਡਦੇ ਮਿੰਨੀ ਅਚਾਨਕ ਦੌੜ ਕੇ ਬਾਰੀ ਕੋਲ ਚਲੀ ਗਈ ਤੇ ਚੀਕ ਕੇ ਬੋਲੀ, ਕਾਬਲੀ ਵਾਲੇ, ਓਏ ਕਾਬਲੀ ਵਾਲੇ, ਓਏ ਕਾਬਲੀ ਵਾਲੇ। ਮੈਲੇ ਤੇ ਢਿੱਲੇ ਜਿਹੇ ਕੱਪੜੇ ਪਾਏ ਹੋਏ, ਸਿਰ ਤੇ ਪਗੜੀ ਬੰਨੀ, ਮੋਢੇ ਤੇ ਥੈਲਾ ਲਟਕਾ ਕੇ, ਹੱਥ 'ਚ 2-4 ਅੰਗੂਰ ਦੇ ਬਕਸੇ ਲਏ ਹੋਏ ਇੱਕ ਲੰਮਾ ਕਾਬਲੀ ਵਾਲਾ ਹੌਲੀ ਹੌਲੀ ਸੜਕ 'ਤੇ ਜਾ ਰਿਹਾ ਸੀ। ਉਹਨੂੰ ਦੇਖ ਕੇ ਮੇਰੀ ਧੀ ਦੇ ਮਨ 'ਚ ਕੀ ਆਇਆ ਇਹ ਕਹਿਣਾ ਔਖਾ ਸੀ, ਪਰ ਉਹ ਸ਼ਿੱਦਤ ਨਾਲ ਉਹਨੂੰ ਬੁਲਾਉਣ ਲੱਗੀ। ਮੈਂ ਸੋਚਿਆ, ਥੈਲਾ ਲਟਕਾਈ, ਇਹ ਬਲਾ ਸਿਰ 'ਤੇ ਸਵਾਰ ਹੋਈ ਹੈ। ਮੇਰਾ 17ਵਾਂ ਅਧਿਆਇ ਹੁਣ ਪੂਰਾ ਨਹੀਂ ਸੀ ਹੋ ਸਕਦਾ। ਮਿੰਨੀ ਦੀ ਆਵਾਜ਼ ਸੁਣ ਕੇ ਕਾਬਲੀ ਵਾਲੇ ਨੇ ਹੱਸਦੇ ਹੋਏ ਮੂੰਹ ਫੇਰਿਆ ਤੇ ਸਾਡੇ ਘਰ ਵੱਲ ਆਉਣ ਲੱਗਾ। ਮਿੰਨੀ ਉਸੇ ਵੇਲੇ ਬੜੀ ਤੇਜ਼ੀ ਨਾਲ ਅੰਦਰ ਭੱਜ ਗਈ। ਉਹਦੀ ਗੁੱਤ ਵੀ ਕਿਤੇ ਦਿਖਾਈ ਨਾ ਦਿੱਤੀ। ਉਹਦੇ ਮਨ 'ਚ ਅੰਧ ਵਿਸ਼ਵਾਸ ਹੋਏਗਾ ਕਿ ਕਾਬਲੀ ਵਾਲੇ ਦੇ ਇਸ ਝੋਲੇ 'ਚ ਉਸ ਵਰਗੇ 2-4 ਬੱਚੇ ਜ਼ਰੂਰ ਹੋਣਗੇ। ਇੱਧਰ ਕਾਬਲੀ ਵਾਲੇ ਨੇ ਆ ਕੇ ਹੱਸਦੇ ਹੋਏ ਸਲਾਮ ਕੀਤਾ। ਮੈਂ ਸੋਚਿਆ, ਪ੍ਰਤਾਪ ਸਿੰਘ ਤੇ ਕੰਚਨਮਾਲਾ ਬੜੀ ਪਰੇਸ਼ਾਨੀ 'ਚ ਤਾਂ ਹਨ, ਫਿਰ ਵੀ ਕਿਸੇ ਨੂੰ ਬੁਲਾ ਕੇ ਉਹ ਤੋਂ ਕੁਝ ਨਾ ਕੁਝ ਖਰੀਦਣਾ ਚੰਗਾ ਨਹੀਂ ਲੱਗਦਾ। ਮੈਂ ਥੋੜ੍ਹਾ ਬਹੁਤ ਖਰੀਦਿਆ। ਉਹ ਤੋਂ ਬਾਅਦ ਉਸ ਨਾਲ 2-4 ਗੱਲਾਂ ਵੀ ਹੋਈਆਂ। ਰਹਿਮਤ, ਰੂਸ, ਅੰਗਰੇਜ਼ਾਂ ਤੇ ਸੀਮਾ ਸੁਰੱਖਿਆ ਨੀਤੀ ਤੇ ਕੁਝ ਗੱਲਾਂ ਦੱਸਦਾ ਰਿਹਾ। ਅੰਤ ਜਾਂਦੇ ਹੋਏ ਉਹਨੇ ਪੁੱਛਿਆ, ਬਾਊ ਤੁਹਾਡੀ ਲੜਕੀ ਕਿੱਥੇ ਗਈ? ਮਿੰਨੀ ਦੇ ਮਨ 'ਚੋਂ ਫਜ਼ੂਲ ਜਿਹਾ ਡਰ ਕੱਢਣ ਲਈ ਮੈਂ ਉਹਨੂੰ ਅੰਦਰੋਂ ਬੁਲਾਇਆ। ਉਹ ਮੇਰੇ ਨਾਲ ਚੰਬੜੀ ਹੋਈ ਕਾਬਲੀ ਵਾਲੇ ਦੇ ਚਿਹਰੇ ਤੇ ਉਹਦੇ ਥੈਲੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੀ ਰਹੀ। ਕਾਬਲੀ ਵਾਲੇ ਨੇ ਆਪਣੇ ਥੈਲੇ ਵਿੱਚੋਂ ਕਿਸ਼ਮਿਸ਼ ਤੇ ਖੁਰਮਾਨੀ ਕੱਢ ਕੇ ਉਹਨੂੰ ਦਿੱਤੀ। ਉਹ ਡਰ ਤੇ ਸ਼ੰਕਾ ਦੀ ਸਥਿਤੀ ਵਿੱਚ ਗੋਡਿਆਂ ਭਾਰ ਖੜੀ ਰਹੀ। ਪਹਿਲੀ ਜਾਣ ਪਛਾਣ ਇਸੇ ਤਰ੍ਹਾਂ ਹੋਈ। ਕੁਝ ਦਿਨਾਂ ਬਾਅਦ ਮੈਂ ਕਿਸੇ ਕੰਮ ਲਈ ਸਵੇਰੇ ਘਰੋਂ ਨਿਕਲਿਆ ਹੀ ਸੀ। ਕੀ ਦੇਖਦਾ, ਮੇਰੀ ਧੀ ਦਰਵਾਜ਼ੇ ਦੇ ਨਾਲ ਬਣੇ ਪੱਥਰ ਦੇ ਬੈਂਚ 'ਤੇ ਬੈਠੀ ਐਵੇਂ ਕੁਝ ਬੋਲੀ ਜਾ ਰਹੀ ਸੀ ਤੇ ਕਾਬਲੀ ਵਾਲਾ ਉਹਦੇ ਪੈਰਾਂ ਕੋਲ ਬੈਠਾ ਹੱਸਦਾ ਹੋਇਆ ਉਹਦੀਆਂ ਗੱਲਾਂ ਸੁਣ ਰਿਹਾ ਤੇ ਵਿੱਚ ਟੁੱਟੀ ਫੁੱਟੀ ਬੰਗਲਾ 'ਚ ਆਪਣੀ ਗੱਲ ਵੀ ਕਹਿ ਰਿਹਾ। ਮੈਨੂੰ ਆਪਣੇ 5 ਸਾਲ ਦੇ ਜੀਵਨ 'ਚ ਪਿਤਾ ਤੋਂ ਇਲਾਵਾ ਇੰਨੇ ਹੌਸਲੇ ਨਾਲ ਸੁਣਨ ਵਾਲਾ ਕੋਈ ਹੋਰ ਨਹੀਂ ਮਿਲਿਆ ਸੀ। ਫਿਰ ਮੈਂ ਦੇਖਿਆ ਉਹਦਾ ਛੋਟਾ ਜਿਹਾ ਆਂਚਲ ਕਿਸ਼ਮਿਸ਼ ਤੇ ਬਦਾਮ ਨਾਲ ਭਰਿਆ ਪਿਆ। ਮੈਂ ਕਾਬਲੀ ਵਾਲੇ ਨੂੰ ਕਿਹਾ, ਉਹਨੇ ਇਹ ਸਭ ਕਿਉਂ ਦਿੱਤਾ? ਇਸ ਤਰ੍ਹਾਂ ਕਦੀ ਨਾ ਦੇਣਾ। ਇੰਨਾ ਕਹਿੰਦੇ ਹੋਏ ਮੈਂ ਜੇਬ 'ਚੋਂ ਅਠਿਆਨੀ ਕੱਢ ਕੇ ਉਹਨੂੰ ਦਿੱਤੀ। ਉਹਨੇ ਵੀ ਬਿਨਾਂ ਨਾਂਹ ਨੁੱਕਰ ਤੋਂ ਉਹ ਪੈਸੇ ਥੈਲੇ 'ਚ ਪਾ ਲਏ। ਘਰ ਵਾਪਸ ਆ ਕੇ ਮੈਂ ਦੇਖਿਆ ਉਸ ਅਠਿਆਨੀ ਨੂੰ ਲੈ ਕੇ ਘਰ 'ਚ ਬੜਾ ਰੌਲਾ ਪੈ ਰਿਹਾ ਸੀ। ਮਿੰਨੀ ਦੀ ਮਾਂ ਉਹਨੂੰ ਝਿੜਕਦੀ ਹੋਈ ਪੁੱਛ ਰਹੀ ਸੀ, ਇਹ ਅਠਿਆਨੀ ਤੈਨੂੰ ਕਿੱਥੋਂ ਮਿਲੀ? ਮਿੰਨੀ ਬੋਲੀ, ਕਾਬਲੀ ਵਾਲੇ ਨੇ ਦਿੱਤੀ ਹੈ। ਮਿੰਨੀ ਦੀ ਮਾਂ ਫੇਰ ਬੋਲੀ, ਕਾਬਲੀ ਵਾਲੇ ਤੋਂ ਤੂੰ ਪੈਸੇ ਕਿਉਂ ਲਏ? ਮਿੰਨੀ ਰੋਣੀ ਸੂਰਤ ਬਣਾ ਕੇ ਬੋਲੀ, ਮੈਂ ਨਹੀਂ ਮੰਗੇ, ਉਹਨੇ ਆਪਣੇ ਆਪ ਦਿੱਤੇ ਨੇ। ਤੇ ਮੈਂ ਆ ਕੇ ਮਿੰਨੀ ਨੂੰ ਸੰਕਟ ਤੋਂ ਬਚਾਇਆ। ਖਬਰ ਮਿਲੀ ਕਿ ਕਾਬਲੀ ਵਾਲੇ ਨਾਲ ਮਿੰਨੀ ਦੀ ਇਹ ਦੂਜੀ ਮੁਲਾਕਾਤ ਨਹੀਂ ਸੀ। ਇਸ ਦੌਰਾਨ ਉਹਨੇ ਲਗਭਗ ਰੋਜ਼ ਹੀ ਆ ਕੇ ਪਿਸਤਾ ਬਦਾਮ ਦੀ ਰਿਸ਼ਵਤ ਦਿੰਦੇ ਹੋਏ ਮਿੰਨੀ ਦੇ ਲਾਲਚੀ ਮਨ 'ਚ ਕਾਫੀ ਥਾਂ ਬਣਾ ਲਈ। ਮੈਂ ਦੇਖਿਆ ਇਹਨਾਂ ਦੋਹਾਂ ਮਿੱਤਰਾਂ ਦੇ ਵਿਚਕਾਰ ਹਾਸੇ ਮਜ਼ਾਕ ਦੀਆਂ 2-4 ਗੱਲਾਂ ਹੁੰਦੀਆਂ ਨੇ। ਰਹਿਮਤ ਨੂੰ ਦੇਖਦੇ ਮੇਰੀ ਲੜਕੀ ਹੱਸ ਕੇ ਪੁੱਛਦੀ, ਕਾਬਲੀ ਵਾਲੇ, ਓਏ ਕਾਬਲੀ ਵਾਲੇ, ਤੇਰੇ ਥੈਲੇ 'ਚ ਕੀ ਹੈ?
ਤੇ ਰਹਿਮਤ ਇੱਕ ਗੈਰ ਜ਼ਰੂਰੀ ਗੱਲ ਜੋੜ ਕੇ ਆਖਦਾ, ਹਾਥੀ। ਭਾਵ ਉਹਦੇ ਥੈਲੇ 'ਚ ਇੱਕ ਹਾਥੀ ਹੈ। ਇਸੇ 'ਚ ਉਸ ਹਾਸੇ ਮਜ਼ਾਕ ਦੀ ਬਾਰੀਕੀ ਸੀ। ਪਤਾ ਨਹੀਂ ਇਹ ਹਾਸਾ ਮਜ਼ਾਕ ਬਾਰੀਕ ਸੀ ਜਾਂ ਨਹੀਂ, ਇਹ ਤਾਂ ਨਹੀਂ ਕਿਹਾ ਜਾ ਸਕਦਾ। ਫਿਰ ਵੀ ਇਸ ਮਜ਼ਾਕ ਵਿੱਚ ਦੋਵੇਂ ਖੁਸ਼ ਹੁੰਦੇ ਤੇ ਸਰਦੀ ਦੀ ਰੁੱਤੇ ਸਵੇਰ ਵੇਲੇ ਇੱਕ ਵੱਡੀ ਉਮਰ ਦੇ ਇਨਸਾਨ ਤੇ ਛੋਟੇ ਜਿਹੇ ਬੱਚੇ ਦਾ ਸਰਲ ਹਾਸਾ ਵੇਖ ਕੇ ਮੈਨੂੰ ਬੜਾ ਚੰਗਾ ਲੱਗਦਾ। ਉਹਨਾਂ ਦੋਹਾਂ 'ਚ ਇੱਕ ਗੱਲ ਹੋਰ ਵੀ ਹੁੰਦੀ। ਰਹਿਮਤ ਮਿੰਨੀ ਨੂੰ ਕਹਿੰਦਾ, ਖੌਂਖੀ ਤੋਮੇ ਸ਼ਸ਼ੁਰ ਬਾੜੀ ਕੱਖੋਂ ਜਾਬੋ ਨਾ। ਮਿੰਨੀ ਤੂੰ ਕਦੇ ਸਹੁਰੇ ਨਾ ਜਾਈਂ। ਬੰਗਾਲੀ ਘਰ ਦੀ ਲੜਕੀ ਜਨਮ ਤੋਂ ਹੀ ਸਹੁਰੇ ਸ਼ਬਦ ਨੂੰ ਜਾਣਦੀ ਏ, ਪਰ ਕਿਉਂਕਿ ਅਸੀਂ ਥੋੜ੍ਹੇ ਬਹੁਤ ਨਵੇਂ ਜ਼ਮਾਨੇ ਦੇ ਸੀ, ਇਸ ਕਰਕੇ ਬੇਟੀ ਨੂੰ ਅਜੇ ਇਹ ਨਹੀਂ ਸੀ ਦੱਸਿਆ ਕਿ ਸਹੁਰਾ ਘਰ ਕੀ ਚੀਜ਼ ਹੁੰਦੀ ਹੈ। ਇਸੇ ਲਈ ਰਹਿਮਤ ਦੀ ਗੱਲ ਉਹਨੂੰ ਚੰਗੀ ਤਰ੍ਹਾਂ ਸਮਝ ਨਾ ਆਈ, ਪਰ ਗੱਲ ਦਾ ਜਵਾਬ ਦਿੱਤੇ ਬਿਨਾਂ ਚੁੱਪ ਰਹਿਣਾ ਉਹਦੇ ਸੁਭਾਅ 'ਚ ਨਹੀਂ ਸੀ। ਉਹ ਪਲਟ ਕੇ ਪੁੱਛਦੀ, ਤੂੰ ਸਹੁਰੇ ਘਰ ਜਾਏਂਗਾ? ਰਹਿਮਤ ਕਲਪਿਤ ਸਹੁਰੇ ਨੂੰ ਮੁੱਕਾ ਮਾਰਦਾ ਤੇ ਕਹਿੰਦਾ, ਹਮ ਇਸ ਸ਼ਸ਼ੁਰ ਕੇ ਮਾਰਬੇ, ਮੈਂ ਸਹੁਰੇ ਨੂੰ ਮਾਰਾਂਗਾ। ਇਹ ਸੁਣ ਕੇ ਮਿੰਨੀ ਸਹੁਰੇ ਵਰਗੇ ਕਿਸੇ ਅਣਜਾਣੇ ਵਿਅਕਤੀ ਦੀ ਹਾਲਤ ਬਾਰੇ ਸੋਚ ਕੇ ਖਿੜਖੜਾ ਕੇ ਹੱਸਦੀ। ਇਸ ਵੇਲੇ ਸਰਦੀ ਦੀ ਸੁਹਾਣੀ ਸਵੇਰ ਹੈ। ਪੁਰਾਣੇ ਵੇਲਿਆਂ 'ਚ ਇਸ ਵੇਲੇ ਰਾਜੇ ਮਹਾਰਾਜੇ ਜਿੱਤਣ ਲਈ ਨਿਕਲਦੇ। ਮੈਂ ਕਲਕੱਤਾ ਛੱਡ ਕੇ ਕਿਤੇ ਨਹੀਂ ਗਿਆ, ਇਸੇ ਲਈ ਮੇਰਾ ਮਨ ਦੁਨੀਆ ਦੇ ਚੱਕਰ ਲਗਾ ਰਿਹਾ ਹੈ ਤੇ ਕਿਸੇ ਦੂਜੇ ਦੇਸ਼ ਦੇ ਆਦਮੀ ਨੂੰ ਦੇਖਦੇ ਹੀ ਨਦੀ, ਪਹਾੜ ਤੇ ਜੰਗਲ ਵਿਚਲੇ ਇੱਕ ਘਰ ਦਾ ਦ੍ਰਿਸ਼ ਮਨ 'ਚ ਉਤਰ ਆਉਂਦਾ ਹੈ ਤੇ ਖੁਸ਼ੀਆਂ ਨਾਲ ਭਰਪੂਰ ਆਜ਼ਾਦ ਜ਼ਿੰਦਗੀ ਜਿਉਣ ਦੀ ਕਲਪਨਾ ਨਾਲ ਮਨ ਖੁਸ਼ ਹੋ ਜਾਂਦਾ ਹੈ। ਦੂਜੇ ਪਾਸੇ ਮੈਂ ਅਜਿਹੇ ਸੁਭਾਅ ਦਾ ਵਿਅਕਤੀ ਹਾਂ ਜਿਹਨੂੰ ਆਪਣੇ ਘਰ ਦਾ ਕੋਨਾ ਛੱਡ ਕੇ ਜਾਣ ਦੇ ਨਾਮ 'ਤੇ ਹੀ ਸਿਰ 'ਤੇ ਬਿਜਲੀ ਡਿੱਗਦੀ ਲੱਗਦੀ ਹੈ। ਇਸੇ ਲਈ ਸਵੇਰੇ ਸਵੇਰੇ ਆਪਣੇ ਛੋਟੇ ਜਿਹੇ ਕਮਰੇ 'ਚ ਮੇਜ਼ ਦੇ ਸਾਹਮਣੇ ਬੈਠ ਕੇ ਕਾਬਲੀ ਵਾਲੇ ਨਾਲ ਗੱਲਾਂ ਬਾਤਾਂ ਕਰਕੇ ਮੇਰਾ ਘੁੰਮਣ ਦਾ ਕੰਮ ਹੋ ਜਾਂਦਾ ਹੈ। ਦੋਨੋਂ ਪਾਸੇ ਬੰਜਰ ਜ਼ਮੀਨ, ਦੂਰਗਾਮੀ ਨਾਲ ਲਾਲ ਪਹਾੜਾਂ ਦੀ ਲੰਮੀ ਲਾਈਨ, ਉਹਦੇ ਵਿਚਕਾਰ ਤੰਗ ਰੇਤਲੀ ਸੜਕ, ਭਾਰ ਨਾਲ ਲੱਦੇ ਊਠਾਂ ਦੀ ਹੌਲੀ ਰਫ਼ਤਾਰ, ਪਗੜੀ ਬੰਨੀ ਵਪਾਰੀ ਜਾਂ ਰਾਹੀ, ਕੋਈ ਊਠ 'ਤੇ ਸਵਾਰ, ਕੋਈ ਪੈਦਲ, ਕਿਸੇ ਦੇ ਹੱਥ 'ਚ ਦਾਤੀ, ਕਿਸੇ ਦੇ ਹੱਥ 'ਚ ਪੁਰਾਣੇ ਸਮੇਂ ਦੀ ਬੰਦੂਕ ਜੋ ਪੱਥਰਾਂ ਨੂੰ ਆਪਸ 'ਚ ਰਗੜਨ ਲਈ ਚੱਲਦੀ ਸੀ। ਕਾਬਲੀ ਵਾਲਾ ਹੌਲੀ ਹੌਲੀ ਬੜੇ ਗੰਭੀਰ ਜਿਹੀ ਆਵਾਜ਼ 'ਚ ਟੁੱਟੀ ਫੁੱਟੀ ਬੰਗਲਾ ਭਾਸ਼ਾ 'ਚ ਜਦੋਂ ਆਪਣੇ ਦੇਸ਼ ਦੀ ਕਹਾਣੀ ਸੁਣਾਉਂਦਾ ਤਾਂ ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਸਜੀਵ ਹੋ ਉੱਠਦਾ। ਮਿੰਨੀ ਦੀ ਮਾਂ ਬੜੇ ਸ਼ੱਕੀ ਸੁਭਾਅ ਦੀ ਸੀ। ਸੜਕ 'ਤੇ ਕੋਈ ਵੀ ਆਵਾਜ਼ ਹੁੰਦੀ, ਉਹਨੂੰ ਲੱਗਦਾ ਦੁਨੀਆ ਦੇ ਸਾਰੇ ਸ਼ਰਾਬੀ ਸਾਡੇ ਘਰ ਵੱਲ ਦੌੜੇ ਆ ਰਹੇ ਨੇ। ਇਸ ਦੁਨੀਆ 'ਚ ਹਰ ਜਗ੍ਹਾ ਚੋਰ, ਡਾਕੂ, ਸ਼ਰਾਬੀ, ਸੱਪ, ਸ਼ੇਰ, ਮਲੇਰੀਆ, ਤਿਲ ਚੱਟੇ ਤੇ ਗੋਰੇ ਸਿਪਾਹੀ ਭਰੇ ਪਏ ਨੇ। ਇੰਨੇ ਦਿਨ, ਉਂਝ ਜ਼ਿਆਦਾ ਦਿਨ ਨਹੀਂ, ਧਰਤੀ 'ਤੇ ਰਹਿ ਕੇ ਵੀ ਉਹਦੇ ਮਨ 'ਚੋਂ ਡਰ ਗਿਆ ਨਹੀਂ। ਰਹਿਮਤ ਕਾਬਲੀ ਵਾਲੇ 'ਤੇ ਉਹ ਪੂਰਾ ਭਰੋਸਾ ਨਹੀਂ ਕਰਦੀ ਸੀ। ਉਹ 'ਤੇ ਮੈਂ ਪੂਰੀ ਨਜ਼ਰ ਰੱਖਾਂ, ਇਸ ਲਈ ਉਹ ਮੇਰੀਆਂ ਬਾਰ-ਬਾਰ ਮਿੰਨਤਾਂ ਕਰਦੀ। ਮੈਂ ਹੱਸ ਕੇ ਉਹਦੇ ਸ਼ੱਕ ਨੂੰ ਟਾਲਦਾ। ਉਹ ਇੱਕ ਤੋਂ ਬਾਅਦ ਇੱਕ ਪ੍ਰਸ਼ਨ ਪੁੱਛਦੀ, ਜਿਵੇਂ ਕਿ ਕਿਸੇ ਦਾ ਬੱਚਾ ਚੋਰੀ ਨਹੀਂ ਚਲਾ ਜਾਂਦਾ। ਕਾਬਲ ਦੇਸ਼ 'ਚ ਗੁਲਾਮੀ ਪ੍ਰਥਾ ਨਹੀਂ ਹੈ। ਇੱਕ ਲੰਮੇ ਚੌੜੇ ਕਾਬਲੀ ਵਾਲੇ ਲਈ ਇੱਕ ਛੋਟੇ ਜਿਹੇ ਬੱਚੇ ਨੂੰ ਚੁੱਕ ਕੇ ਲੈ ਜਾਣਾ ਕੀ ਬਿਲਕੁਲ ਅਸੰਭਵ ਕੰਮ ਹੈ। ਹਰ ਸਾਲ ਮਾਘ ਦੇ ਮਹੀਨੇ ਰਹਿਮਤ ਆਪਣੇ ਦੇਸ਼ ਜਾਂਦਾ ਸੀ। ਉਹਨਾਂ ਦਿਨਾਂ 'ਚ ਆਪਣੇ ਲੈਣ ਦੇਣ ਦੇ ਹਿਸਾਬ ਕਰਕੇ ਰੁੱਝਿਆ ਰਹਿੰਦਾ, ਘਰ ਘਰ ਜਾ ਕੇ ਪੈਸੇ ਇਕੱਠੇ ਕਰਦਾ। ਫਿਰ ਵੀ ਇੱਕ ਵਾਰ ਸਮਾਂ ਕੱਢ ਕੇ ਮਿੰਨੀ ਨੂੰ ਮਿਲ ਜਾਂਦਾ। ਦੇਖਣ 'ਤੇ ਸੱਚਮੁੱਚ ਇਸ ਤਰ੍ਹਾਂ ਲੱਗਦਾ ਜਿਵੇਂ ਦੋਨਾਂ 'ਚ ਕੋਈ ਗੁੱਝਾ ਨਾਟਕ ਰਚਿਆ ਜਾ ਰਿਹਾ ਹੈ। ਜਿਸ ਦਿਨ ਰਹਿਮਤ ਸਵੇਰੇ ਨਾ ਆਉਂਦਾ, ਉਸ ਦਿਨ ਸ਼ਾਮ ਨੂੰ ਆਉਂਦਾ। ਸ਼ਾਮ ਦੇ ਹਨੇਰੇ ਵਿੱਚ ਢਿੱਲੇ ਜਿਹੇ ਕੁੜਤੇ ਪਜਾਮੇ ਤੇ ਥੈਲਾ ਲਟਕਾਈ ਕਾਬਲੀ ਵਾਲੇ ਨੂੰ ਦੇਖ ਮਨ 'ਚ ਸ਼ੱਕ ਜਿਹਾ ਹੁੰਦਾ, ਪਰ ਜਦੋਂ ਮੈਂ ਦੇਖਦਾ ਕਿ ਮਿੰਨੀ ਕਾਬਲੀ ਵਾਲੇ ਓਏ ਕਾਬਲੀ ਵਾਲੇ ਕਹਿ ਕੇ ਹੱਸਦੀ ਹੱਸਦੀ ਦੌੜਦੀ ਹੋਈ ਆਉਂਦੀ ਤੇ ਦੋ ਦੋਸਤ ਜਿਨ੍ਹਾਂ ਦੀ ਉਮਰ 'ਚ ਇੰਨਾ ਅੰਤਰ ਸੀ ਆਪਸ 'ਚ ਉਹੀ ਪੁਰਾਣਾ ਹਾਸਾ ਮਜ਼ਾਕ ਕਰਦੇ ਤੇ ਮੇਰਾ ਮਨ ਖੁਸ਼ ਹੋ ਜਾਂਦਾ। ਇੱਕ ਦਿਨ ਸਵੇਰੇ ਆਪਣੇ ਪੜ੍ਹਾਈ ਵਾਲੇ ਛੋਟੇ ਜਿਹੇ ਕਮਰੇ 'ਚ ਬੈਠਾ ਕਿਤਾਬ ਦੇ ਪ੍ਰੂਫ ਦੇਖ ਰਿਹਾ ਸੀ। ਜਾਂਦੀ ਹੋਈ ਸਰਦੀ ਕਾਫੀ ਪੈ ਰਹੀ ਸੀ। ਲੋਕ ਠੰਡ ਨਾਲ ਕੰਬ ਰਹੇ ਸਨ। ਬਾਰੀ 'ਚੋਂ ਆਉਂਦੀ ਧੁੱਪ ਮੇਰੇ ਪੈਰਾਂ 'ਤੇ ਪੈ ਰਹੀ ਸੀ। ਬੜਾ ਚੰਗਾ ਲੱਗ ਰਿਹਾ। ਸਵੇਰ ਦੇ ਸ਼ਾਇਦ 8 ਵਜੇ ਸੀ। ਸਿਰ 'ਤੇ ਟੋਪੀ ਤੇ ਗਲੇ 'ਚ ਮਫਲਰ ਪਾ ਕੇ ਸਵੇਰੇ ਘੁੰਮਣ ਨਿਕਲੇ ਲੋਕ ਘੁੰਮ ਕੇ ਘਰ ਵਾਪਸ ਆ ਗਏ ਸੀ। ਇਸੇ ਸਮੇਂ ਸੜਕ 'ਤੇ ਥੋੜ੍ਹਾ ਰੌਲਾ ਸੁਣਾਈ ਦਿੱਤਾ। ਮੈਂ ਦੇਖਿਆ ਸਾਡੇ ਰਹਿਮਤ ਨੂੰ 2 ਸਿਪਾਹੀ ਬੰਨ੍ਹ ਕੇ ਲਿਆ ਰਹੇ ਨੇ। ਉਹਨਾਂ ਦੇ ਪਿੱਛੇ ਪਿੱਛੇ ਉਤਸ਼ਾਹ ਨਾਲ ਭਰੇ ਬੱਚਿਆਂ ਦੀ ਇੱਕ ਟੋਲੀ ਸੀ। ਰਹਿਮਤ ਦੇ ਕੱਪੜਿਆਂ 'ਤੇ ਖੂਨ ਦੇ ਛਿੱਟੇ ਸਨ ਤੇ ਇੱਕ ਸਿਪਾਹੀ ਦੇ ਹੱਥ ਵਿੱਚ ਖੂਨ ਨਾਲ ਭਰਿਆ ਇੱਕ ਛੁਰਾ ਸੀ। ਮੈਂ ਬਾਹਰ ਨਿਕਲ ਕੇ ਸਿਪਾਹੀਆਂ ਨੂੰ ਰੋਕਿਆ ਤੇ ਪੁੱਛਿਆ, ਮਾਮਲਾ ਕੀ ਹੈ? ਕੁਝ ਸਿਪਾਹੀਆਂ ਤੋਂ ਤੇ ਕੁਝ ਰਹਿਮਤ ਤੋਂ ਸੁਣ ਕੇ ਜੋ ਪਤਾ ਲੱਗਿਆ
ਉਸ ਤੋਂ ਇਹ ਮਾਲੂਮ ਹੋਇਆ ਕਿ ਸਾਡੇ ਹੀ ਗੁਆਂਢੀ ਨੇ ਰਾਮਪੁਰੀ ਚਾਦਰ ਖਰੀਦਣ ਲਈ ਰਹਿਮਤ ਤੋਂ ਕੁਝ ਰੁਪਏ ਉਧਾਰ ਲਏ ਸੀ ਤੇ ਬਾਅਦ 'ਚੋਂ ਮੁੱਕਰ ਗਿਆ। ਇਸੇ ਗੱਲ ਨੂੰ ਲੈ ਕੇ ਪਹਿਲੇ ਬਹਿਸ ਹੋਈ, ਫਿਰ ਗੱਲ ਇੰਨੀ ਵੱਧ ਗਈ ਕਿ ਗੁੱਸੇ 'ਚ ਆਏ ਰਹਿਮਤ ਨੇ ਉਹਨੂੰ ਛੁਰਾ ਮਾਰ ਦਿੱਤਾ। ਰਹਿਮਤ ਉਸ ਝੂਠੇ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਸੀ। ਠੀਕ ਉਸੇ ਵੇਲੇ ਮਿੰਨੀ ਕਾਬਲੀ ਵਾਲੇ ਹੋਏ। ਕਾਬਲੀ ਵਾਲੇ ਕਹਿੰਦੀ ਦੌੜੀ ਆਈ। ਰਹਿਮਤ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਅੱਜ ਉਹਦੇ ਮੋਢੇ 'ਤੇ ਥੈਲਾ ਨਹੀਂ ਸੀ, ਇਸ ਲਈ ਥੈਲੇ ਵਾਲਾ ਮਜ਼ਾਕ ਅੱਜ ਨਾ ਹੋ ਸਕਿਆ। ਮਿੰਨੀ ਇੱਕੋ ਸਾਹ ਵਿੱਚ ਪੁੱਛ ਗਈ, ਤੂੰ ਸਹੁਰੇ ਜਾਏਂਗਾ? ਰਹਿਮਤ ਹੱਸ ਕੇ ਬੋਲਿਆ, ਉੱਥੇ ਹੀ ਜਾ ਰਿਹਾ। ਪਰ ਉਸੇ ਵੇਲੇ ਰਹਿਮਤ ਨੂੰ ਲੱਗਿਆ ਮਿੰਨੀ ਨੂੰ ਉਹਦਾ ਜਵਾਬ ਪਸੰਦ ਨਹੀਂ ਆਇਆ, ਤਾਂ ਉਹਨੇ ਹੱਥ ਦਿਖਾ ਕੇ ਕਿਹਾ, ਕੀ ਕਰਾਂ? ਸਹੁਰੇ ਨੂੰ ਮਾਰਦਾ ਪਰ ਹੱਥ ਬੰਨੇ ਹੋਏ ਨੇ। ਗੰਭੀਰ ਰੂਪ ਵਿੱਚ ਸੱਟ ਮਾਰਨ ਦੇ ਜੁਰਮ ਵਿੱਚ ਰਹਿਮਤ ਨੂੰ ਕਈ ਸਾਲ ਕੈਦ ਦੀ ਸਜ਼ਾ ਮਿਲੀ। ਉਹਦੀ ਗੱਲ ਮੈਂ ਇੱਕ ਤਰ੍ਹਾਂ ਭੁੱਲ ਹੀ ਗਿਆ। ਜਦੋਂ ਅਸੀਂ ਆਪਣੇ ਘਰਾਂ 'ਚ ਬੈਠ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਦਿਨ ਕੱਟਦੇ, ਪਹਾੜਾਂ ਦਾ ਇੱਕ ਆਜ਼ਾਦ ਆਦਮੀ ਕੈਦਖਾਨੇ 'ਚ ਕਿਵੇਂ ਆਪਣਾ ਦਿਨ ਬਿਤਾ ਰਿਹਾ ਹੋਏਗਾ, ਇਹ ਮੈਨੂੰ ਯਾਦ ਵੀ ਨਹੀਂ ਆਇਆ। ਤੇ ਚੰਚਲ ਮਨ ਮਿੰਨੀ ਦਾ ਸੁਭਾਅ ਬੜਾ ਸ਼ਰਮਨਾਕ ਰਿਹਾ। ਇਹ ਉਹਦੇ ਪਿਤਾ ਨੂੰ ਵੀ ਮੰਨਣਾ ਪਿਆ। ਬੜੇ ਸਹਿਜ ਹੀ ਉਹਨੇ ਆਪਣੇ ਪੁਰਾਣੇ ਦੋਸਤ ਨੂੰ ਭੁੱਲ ਕੇ ਸਾਇਸ ਨਬੀ ਨਾਲ ਦੋਸਤੀ ਕੀਤੀ। ਜਿਵੇਂ ਜਿਵੇਂ ਉਹ ਵੱਡੀ ਹੁੰਦੀ ਗਈ, ਦੋਸਤਾਂ ਦੀ ਥਾਂ ਇੱਕ ਇੱਕ ਕਰਕੇ ਉਹਦੀਆਂ ਸਹੇਲੀਆਂ ਦੀ ਗਿਣਤੀ ਵਧਣ ਲੱਗੀ। ਹੁਣ ਤਾਂ ਆਪਣੇ ਪਿਤਾ ਦੇ ਲਿਖਣ ਵਾਲੇ ਕਮਰੇ 'ਚ ਵੀ ਘੱਟ ਹੀ ਜਾਂਦੀ ਸੀ। ਮੈਂ ਤਾਂ ਇੱਕ ਤਰ੍ਹਾਂ ਨਾਲ ਉਹ ਤੋਂ ਛੁੱਟੀ ਕਰ ਲਈ। ਕਈ ਸਾਲ ਬੀਤ ਗਏ। ਇੱਕ ਹੋਰ ਸਰਦੀ ਦੀ ਰੁੱਤ ਆ ਗਈ। ਮੇਰੀ ਮਿੰਨੀ ਦਾ ਵਿਆਹ ਪੱਕਾ ਹੋ ਗਿਆ। ਦੁਸਹਿਰੇ ਦੀ ਛੁੱਟੀ 'ਚ ਉਹਦਾ ਵਿਆਹ ਹੋਣਾ ਸੀ। ਦੁਰਗਾ ਦੀ ਤਰ੍ਹਾਂ ਹੀ ਮੇਰੇ ਘਰ ਦੀ ਆਨੰਦਮਈ ਆਪਣੇ ਪਿਤਾ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰ ਜਾਣ ਵਾਲੀ ਸੀ। ਅੱਜ ਦੀ ਸਵੇਰ ਬੜੀ ਸੁਹਾਵਣੀ ਸੀ। ਲੱਗਦਾ ਸੀ ਬਰਸਾਤ ਤੋਂ ਬਾਅਦ ਰੁੱਤ ਦੀ ਨਵੀਂ ਨਕੋਰ ਧੁੱਪ ਸੁਹਾਗੇ ਨਾਲ ਪਿਘਲਾਏ ਹੋਏ ਸੋਨੇ ਦੀ ਤਰ੍ਹਾਂ ਜਗਮਗਾ ਰਹੀ ਹੈ। ਇੱਥੋਂ ਤੱਕ ਇਸ ਧੁੱਪ ਨੇ ਤਾਂ ਕਲਕੱਤਾ ਦੀਆਂ ਗਲੀਆਂ ਅੰਦਰ ਬਣੇ ਗੰਦੇ ਬੇਤਰਤੀਬੇ ਇੱਕ ਦੂਜੇ ਦੇ ਨਾਲ ਖਹਿੰਦੇ ਪੁਰਾਣੇ ਇੱਟਾਂ ਦੇ ਮਕਾਨਾਂ ਨੂੰ ਵੀ ਚਮਕਾ ਦਿੱਤਾ ਸੀ। ਅੱਜ ਸਵੇਰੇ ਮੇਰੇ ਘਰ ਸ਼ਹਿਨਾਈ ਵੱਜਣ ਲੱਗੀ। ਇਹਦਾ ਸੁਰ ਜਿਵੇਂ ਮੇਰੀਆਂ ਹੱਡੀਆਂ ਨਾਲ ਟਕਰਾ ਕੇ ਰੋਂਦਾ ਹੋਇਆ ਨਿਕਲ ਰਿਹਾ ਸੀ। ਕਰੁਣ ਭੈਰਵੀ ਰਾਗ ਮੇਰੇ ਆਉਣ ਵਾਲੇ ਵਿਛੋੜੇ ਦੀ ਕਹਾਣੀ ਸਰਦ ਰੁੱਤ ਦੀ ਧੁੱਪ ਵਾਂਗ ਸਾਰੀ ਦੁਨੀਆ 'ਚ ਫੈਲਾ ਰਿਹਾ ਸੀ। ਅੱਜ ਮੇਰੀ ਮਿੰਨੀ ਦਾ ਵਿਆਹ ਸੀ। ਸਵੇਰ ਤੋਂ ਲੈ ਕੇ ਲੋਕਾਂ ਦਾ ਆਉਣਾ ਜਾਣਾ ਤੇ ਚਹਿਲ ਪਹਿਲ ਸ਼ੁਰੂ ਹੋ ਗਈ। ਵਿਹੜੇ 'ਚ ਤੰਬੂ ਲੱਗਿਆ ਸੀ। ਘਰ ਦੇ ਹਰ ਕਮਰੇ 'ਚ ਫਾਨੂਸ ਲਗਾਏ ਜਾ ਰਹੇ ਸੀ। ਸ਼ੀਸ਼ੇ ਦੀ ਟੁੰਨ-ਟੁੰਨ ਆਵਾਜ਼ ਆ ਰਹੀ ਸੀ। ਚੰਗਾ ਰੌਲਾ ਰੱਪਾ ਪਿਆ ਹੋਇਆ ਸੀ। ਮੈਂ ਆਪਣੇ ਕਮਰੇ 'ਚ ਬੈਠਾ ਹਿਸਾਬ ਕਿਤਾਬ ਦੇਖ ਰਿਹਾ ਸੀ ਕਿ ਇੱਕਦਮ ਰਹਿਮਤ ਆ ਕੇ ਮੈਨੂੰ ਸਲਾਮ ਕਰਕੇ ਮੇਰੇ ਸਾਹਮਣੇ ਖੜਾ ਹੋ ਗਿਆ। ਮੈਂ ਪਹਿਲਾਂ ਤਾਂ ਉਹਨੂੰ ਪਹਿਚਾਣਿਆ ਹੀ ਨਹੀਂ। ਉਹਦੇ ਕੋਲ ਉਹਦਾ ਥੈਲਾ ਨਹੀਂ ਸੀ, ਉਹਦੇ ਵਾਲ ਲੰਮੇ ਹੋ ਗਏ ਸੀ, ਉਹਦੇ ਸਰੀਰ 'ਚ ਪਹਿਲਾਂ ਵਰਗੀ ਜਾਨ ਨਹੀਂ ਸੀ। ਅੰਤ ਉਹਦੇ ਚਿਹਰੇ ਦੀ ਮੁਸਕਰਾਹਟ ਤੋਂ ਮੈਂ ਉਹਨੂੰ ਪਛਾਣ ਲਿਆ। ਮੈਂ ਪੁੱਛਿਆ, ਕਿਉਂ ਰਹਿਮਤ, ਕਦੋਂ ਆਇਆ ਹੈ? ਰਹਿਮਤ ਬੋਲਿਆ, ਕੱਲ੍ਹ ਸ਼ਾਮ ਹੀ ਜੇਲ੍ਹ ਤੋਂ ਬਾਹਰ ਨਿਕਲਿਆ। ਇਹ ਗੱਲ ਮੇਰੇ ਕੰਨਾਂ ਨੂੰ ਜ਼ੋਰ ਦੀ ਚੁਭੀ। ਮੈਂ ਕਦੀ ਕਿਸੇ ਖੂਨੀ ਨੂੰ ਆਪਣੀਆਂ ਅੱਖਾਂ ਸਾਹਮਣੇ ਨਹੀਂ ਵੇਖਿਆ ਸੀ। ਅੱਜ ਉਹਨੂੰ ਵੇਖ ਕੇ ਮੇਰਾ ਮਨ ਸ਼ਰਮਸਾਰ ਹੋ ਗਿਆ। ਮੈਨੂੰ ਲੱਗਿਆ ਅੱਜ ਦੇ ਸ਼ੁਭ ਦਿਨ ਇਹਦਾ ਇੱਥੋਂ ਚਲੇ ਜਾਣਾ ਹੀ ਠੀਕ ਰਹੇਗਾ। ਮੈਂ ਉਹਨੂੰ ਕਿਹਾ, ਅੱਜ ਮੇਰੇ ਘਰ ਕੁਝ ਕੰਮ ਹੈ, ਮੈਂ ਥੋੜ੍ਹਾ ਰੁੱਝਿਆ ਹੋਇਆ, ਅੱਜ ਤੂੰ ਚਲਾ ਜਾ। ਇਹ ਸੁਣ ਕੇ ਰਹਿਮਤ ਜਾਣ ਲੱਗਾ, ਪਰ ਫਿਰ ਦਰਵਾਜ਼ੇ ਕੋਲ ਜਾ ਕੇ ਥੋੜ੍ਹਾ ਡਰ ਕੇ ਬੋਲਿਆ, ਇੱਕ ਵਾਰ ਖੋਂਖੀ ਨੂੰ ਨਹੀਂ ਦੇਖ ਸਕਦਾ, ਮਤਲਬ ਮੁੰਨੀ ਨੂੰ। ਸ਼ਾਇਦ ਉਹਦੇ ਮਨ 'ਚ ਇਹ ਧਾਰਨਾ ਸੀ ਕਿ ਮਿੰਨੀ ਉਸੇ ਤਰ੍ਹਾਂ ਹੀ ਹੋਏਗੀ। ਸ਼ਾਇਦ ਉਹ ਸੋਚ ਰਿਹਾ ਸੀ ਮਿੰਨੀ ਹੁਣ ਵੀ ਕਾਬਲੀ ਵਾਲੇ ਕਹਿ ਕੇ ਦੌੜੀ ਆਏਗੀ ਤੇ ਠੀਕ ਪਹਿਲਾਂ ਵਾਂਗ ਉਹਨਾਂ ਦੋਹਾਂ 'ਚ ਪੁਰਾਣਾ ਹਾਸਾ ਮਜ਼ਾਕ ਸ਼ੁਰੂ ਹੋ ਜਾਏਗਾ। ਉਹ ਪੁਰਾਣੀ ਦੋਸਤੀ ਦੀ ਯਾਦ ਵਿੱਚ ਇੱਕ ਬਕਸਾ ਅੰਗੂਰ ਤੇ ਕਾਗਜ਼ ਵਿੱਚ ਲਪੇਟ ਕੇ ਥੋੜ੍ਹੇ ਬਦਾਮ ਤੇ ਕਿਸ਼ਮਿਸ਼ ਸ਼ਾਇਦ ਆਪਣੇ ਦੇਸ਼ ਦੇ ਕਿਸੇ ਦੋਸਤ ਤੋਂ ਮੰਗ ਕੇ ਲਿਆਇਆ ਸੀ। ਉਹਦਾ ਆਪਣਾ ਥੈਲਾ ਹੁਣ ਨਹੀਂ ਰਿਹਾ ਸੀ। ਮੈਂ ਕਿਹਾ, ਅੱਜ ਘਰ ਕੁਝ ਕੰਮ ਹੈ, ਅੱਜ ਕਿਸੇ ਨੂੰ ਨਹੀਂ ਮਿਲ ਸਕਦਾ। ਉਹ ਉਦਾਸ ਹੋ ਗਿਆ। ਨਿਰਾਸ਼ਾ ਨਾਲ ਮੈਨੂੰ ਦੇਖਦੇ ਹੋਏ ਸਲਾਮ ਬਾਬੂ ਕਹਿ ਕੇ ਦਰਵਾਜ਼ੇ ਤੋਂ ਬਾਹਰ ਚਲਾ ਗਿਆ। ਮੇਰੇ ਦਿਲ ਨੂੰ ਇੱਕ ਧੱਕਾ ਜਿਹਾ ਲੱਗਿਆ। ਮੈਂ ਸੋਚ ਰਿਹਾ ਸੀ ਕਿ ਉਹਨੂੰ ਵਾਪਸ ਬੁਲਾਵਾਂ, ਪਰ ਮੈਂ ਦੇਖਿਆ ਉਹ ਆਪੇ ਹੀ ਵਾਪਸ ਆ ਗਿਆ। ਮੇਰੇ ਕੋਲ ਆ ਕੇ ਬੋਲਿਆ, ਇਹ ਅੰਗੂਰ ਤੇ ਥੋੜ੍ਹੇ ਬਦਾਮ ਕਿਸ਼ਮਿਸ਼ ਖੋਂਖੀ ਲਈ ਲਿਆਇਆ ਸੀ, ਉਹਨੂੰ ਦੇ ਦੇਣਾ। ਉਹਦੇ ਹੱਥ 'ਚੋਂ ਚੀਜ਼ਾਂ ਫੜ ਕੇ ਉਹਨੂੰ ਪੈਸੇ ਦੇਣ ਲੱਗਾ ਤਾਂ ਉਹਨੇ ਮੇਰਾ ਹੱਥ ਪਕੜ ਲਿਆ। ਬੋਲਿਆ, ਤੁਹਾਡੀ ਬੜੀ ਮਿਹਰਬਾਨੀ ਹੈ, ਮੈਨੂੰ ਹਮੇਸ਼ਾ ਯਾਦ ਰਹੇਗਾ। ਮੈਨੂੰ ਪੈਸੇ ਨਾ ਦਿਓ ਬਾਬੂ, ਜਿਵੇਂ ਤੁਹਾਡੀ ਇੱਕ ਲੜਕੀ ਹੈ ਉਵੇਂ ਮੇਰੇ ਦੇਸ਼ ਮੇਰੀ ਵੀ ਇੱਕ ਲੜਕੀ ਹੈ। ਉਹਦੇ ਚਿਹਰੇ ਨੂੰ ਯਾਦ ਕਰਕੇ ਮੈਂ ਤੁਹਾਡੀ ਲੜਕੀ ਲਈ ਕੁਝ ਮੇਵੇ ਲੈ ਆਉਂਦਾ ਸੀ। ਮੈਂ ਇੱਥੇ ਵਪਾਰ ਵਾਸਤੇ ਨਹੀਂ ਆਉਂਦਾ ਸੀ। ਇੰਨਾ ਕਹਿੰਦੇ ਹੋਏ ਉਹਨੇ ਆਪਣੇ ਲੰਮੇ ਢਿੱਲੇ ਕੁੜਤੇ ਅੰਦਰ ਹੱਥ ਪਾ ਕੇ ਇੱਕ ਮੈਲਾ ਜਿਹਾ ਕਾਗਜ਼ ਦਾ ਟੁਕੜਾ ਕੱਢਿਆ।
ਫਿਰ ਸੰਭਾਲ ਕੇ ਉਹਦੀਆਂ ਤਹਿਆਂ ਖੋਲ੍ਹ ਕੇ ਉਹਨੇ ਮੇਰੀ ਮੇਜ਼ 'ਤੇ ਵਿਛਾ ਦਿੱਤਾ। ਮੈਂ ਦੇਖਿਆ ਕਾਗਜ਼ 'ਤੇ ਇੱਕ ਛੋਟੀ ਜਿਹੀ ਹਥੇਲੀ ਦੀ ਛਾਪ ਸੀ, ਫੋਟੋ ਨਹੀਂ, ਤੇਲ ਦੀ ਬਣੀ ਤਸਵੀਰ ਵੀ ਨਹੀਂ। ਹੱਥ 'ਤੇ ਕਾਲਖ ਲਗਾ ਕੇ ਛਾਪ ਲੱਗੀ ਹੋਈ ਸੀ। ਬੇਟੀ ਦੀ ਇਸ ਯਾਦ ਨੂੰ ਸੀਨੇ ਨਾਲ ਲਗਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਸੜਕਾਂ 'ਤੇ ਮੇਵੇ ਵੇਚਣ ਲਈ ਆਉਂਦਾ, ਪਰ ਉਹਨੂੰ ਲੱਗਦਾ ਜਿਵੇਂ ਉਸ ਲੜਕੀ ਦੇ ਕੋਮਲ ਹੱਥਾਂ ਦੀ ਛੂਹ ਨੇ ਉਹਦੇ ਵਿਸ਼ਾਲ ਵਿਯੋਗੀ ਦਿਲ 'ਚ ਅੰਮ੍ਰਿਤ ਭਰ ਦਿੱਤਾ ਹੈ। ਇਹ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ। ਮੈਂ ਭੁੱਲ ਗਿਆ ਕਿ ਮੈਂ ਚੰਗੇ ਖਾਨਦਾਨ ਦਾ ਬੰਗਾਲੀ ਹਾਂ ਤੇ ਉਹ ਇੱਕ ਸਧਾਰਨ ਮੇਵੇ ਵਾਲਾ ਕਾਬਲੀ। ਮੈਂ ਸਮਝ ਗਿਆ ਕਿ ਜੋ ਉਹ ਹੈ ਮੈਂ ਵੀ ਉਹੀ ਹਾਂ। ਉਹ ਵੀ ਇੱਕ ਪਿਤਾ ਹੈ ਤੇ ਮੈਂ ਵੀ ਇੱਕ ਪਿਤਾ। ਉਹਦੀ ਪਹਾੜਾਂ 'ਚ ਰਹਿਣ ਵਾਲੀ ਛੋਟੀ ਜਿਹੀ ਪਾਰਵਤੀ ਦੇ ਹੱਥਾਂ ਦੀ ਛਾਪ ਨੇ ਮੈਨੂੰ ਮੇਰੀ ਮਿੰਨੀ ਯਾਦ ਕਰਾ ਦਿੱਤੀ। ਮੈਂ ਜਲਦੀ ਨਾਲ ਉਹਨੂੰ ਅੰਦਰੋਂ ਬੁਲਾਇਆ। ਅੰਦਰੋਂ ਇਹਦੇ ਵਿਰੁੱਧ ਬਹੁਤ ਆਵਾਜ਼ਾਂ ਆਈਆਂ, ਪਰ ਮੈਂ ਇੱਕ ਨਹੀਂ ਸੁਣੀ। ਲਾਲ ਬਨਾਰਸੀ ਸਾੜੀ ਪਾਈ ਹੋਈ, ਮੱਥੇ 'ਤੇ ਚੰਦਨ ਤਿਲਕ ਦੀ ਰੰਗੋਲੀ ਸਜਾ ਕੇ ਦੁਲਹਨ ਬਣੀ ਮਿੰਨੀ ਸ਼ਰਮਾਉਂਦੀ ਹੋਈ ਮੇਰੇ ਕੋਲ ਆ ਕੇ ਖੜੀ ਹੋ ਗਈ। ਉਹਨੂੰ ਦੇਖ ਕੇ ਕਾਬਲੀ ਵਾਲਾ ਹੈਰਾਨ ਹੋ ਗਿਆ। ਉਹ ਆਪਣਾ ਪੁਰਾਣਾ ਹਾਸਾ ਮਜ਼ਾਕ ਨਾ ਕਰ ਸਕਿਆ। ਅੰਤ ਹੱਸ ਕੇ ਬੋਲਿਆ, ਖੋਂਕੀ ਤੋਮੀ ਸ਼ਸ਼ੂਰ ਬਾੜੀ ਜਾਬਿਸ। ਮਿੰਨੀ ਤੂੰ ਸਹੁਰੇ ਜਾਏਂਗੀ। ਮਿੰਨੀ ਹੁਣ ਸਹੁਰੇ ਘਰ ਦਾ ਮਤਲਬ ਸਮਝਣ ਲੱਗ ਗਈ ਸੀ। ਹੁਣ ਉਹ ਪਹਿਲੇ ਦੀ ਤਰ੍ਹਾਂ ਉੱਤਰ ਨਾ ਦੇ ਸਕੀ। ਰਹਿਮਤ ਦੀ ਗੱਲ ਸੁਣ ਕੇ ਸ਼ਰਮਾਉਂਦੀ ਹੋਈ ਦੂਜੇ ਪਾਸੇ ਮੂੰਹ ਫੇਰ ਕੇ ਖੜੀ ਹੋ ਗਈ। ਕਾਬਲੀ ਵਾਲੇ ਨਾਲ ਜਿਸ ਦਿਨ ਮੁੰਨੀ ਦੀ ਜਾਣ ਪਛਾਣ ਹੋਈ ਸੀ, ਮੈਨੂੰ ਉਹ ਦਿਨ ਯਾਦ ਆ ਗਿਆ। ਪਤਾ ਨਹੀਂ ਕਿਉਂ ਮੇਰਾ ਮਨ ਬੜਾ ਦੁਖੀ ਹੋਇਆ। ਮਿੰਨੀ ਚਲੀ ਗਈ। ਰਹਿਮਤ ਲੰਮਾ ਸਾਹ ਲੈ ਕੇ ਜ਼ਮੀਨ 'ਤੇ ਬੈਠ ਗਿਆ। ਉਹਨੂੰ ਇੱਕਦਮ ਖਿਆਲ ਆਇਆ ਕਿ ਉਹਦੀ ਬੇਟੀ ਵੀ ਇੰਨੀ ਵੱਡੀ ਹੋ ਗਈ ਹੋਏਗੀ। ਉਸ ਨਾਲ ਵੀ ਉਹਨੂੰ ਨਵੇਂ ਸਿਰੇ ਤੋਂ ਦੋਸਤੀ ਕਰਨੀ ਪਏਗੀ। ਉਹਨੂੰ ਹੁਣ ਪਹਿਲੇ ਵਾਲੇ ਰੂਪ 'ਚ ਨਹੀਂ ਦੇਖ ਸਕੇਗਾ। ਇਹਨਾਂ 8 ਸਾਲਾਂ 'ਚ ਉੱਥੇ ਕੀ ਬੀਤਿਆ ਹੋਏਗਾ ਕੋਈ ਨਹੀਂ ਜਾਣਦਾ। ਸਰਦ ਰੁੱਤ ਦੀ ਕੋਮਲ ਧੁੱਪ ਦੀਆਂ ਕਿਰਨਾਂ 'ਚ ਸ਼ਹਿਨਾਈ ਵੱਜ ਰਹੀ ਸੀ। ਕਲਕੱਤੇ ਦੀ ਇੱਕ ਗਲੀ 'ਚ ਬੈਠਾ ਰਹਿਮਤ ਅਫਗਾਨਿਸਤਾਨ ਦੇ ਮੇਰੂ ਪਰਬਤ ਦਾ ਦ੍ਰਿਸ਼ ਦੇਖਣ ਲੱਗਾ। ਮੈਂ ਇੱਕ ਨੋਟ ਉਹਦੇ ਹੱਥ 'ਤੇ ਰੱਖਦੇ ਹੋਏ ਕਿਹਾ, ਰਹਿਮਤ ਤੂੰ ਆਪਣੀ ਲੜਕੀ ਕੋਲ ਆਪਣੇ ਦੇਸ਼ ਵਾਪਸ ਚਲਾ ਜਾ। ਤੁਹਾਡੇ ਬਾਪ ਬੇਟੀ ਦੇ ਮਿਲਾਪ ਨਾਲ ਮੇਰੀ ਮਿੰਨੀ ਦਾ ਵੀ ਭਲਾ ਹੋਏਗਾ। ਇਹ ਰੁਪਏ ਦਾਨ ਦੇ ਕੇ ਮੈਂ ਸਮਾਰੋਹ ਦੀਆਂ ਕੁਝ ਰਸਮਾਂ ਘੱਟ ਕਰ ਦਿੱਤੀਆਂ। ਜਿਸ ਤਰ੍ਹਾਂ ਮੈਂ ਸੋਚਿਆ ਸੀ ਉਸ ਤਰ੍ਹਾਂ ਬਿਜਲੀ ਦੀ ਰੌਸ਼ਨੀ ਨਹੀਂ ਸੀ, ਨਗਾੜੇ ਵੀ ਨਹੀਂ ਵਜਵਾਏ। ਅੰਦਰ ਔਰਤਾਂ ਬੜੀਆਂ ਅਸੰਤੁਸ਼ਟ ਹੋਈਆਂ, ਪਰ ਇਸ ਅੰਦਰੂਨੀ ਰੌਸ਼ਨੀ ਨਾਲ ਮੇਰੀ ਖੁਸ਼ੀ ਚਮਕ ਉੱਠੀ। ਧੰਨਵਾਦ।